ਅੱਜ ਦੇ ਇਸ ਵੀਡੀਓ ਰਾਹੀਂ ਮੇਰੇ ਨਾਲ ਜੁੜਨ ਵਾਲੇ ਸਮੂਹ ਸ਼ਰੋਤਾਗਣਾਂ ਦਾ ਮੈਂ ਹਾਰਦਿਕ ਸਵਾਗਤ ਕਰਦਾ ਹਾਂ। ਆਪ ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਫਤਿਹ ਦੀ ਸਾਂਝ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਕਮਲਜੀਤ ਸਿੰਘ ਹੈ, ਪੇਸ਼ੇ ਤੋਂ ਐਡਵੋਕੇਟ ਹਾਂ ਅਤੇ ਲੁਧਿਆਣਾ ਵਿਖੇ ਮੇਰਾ ਨਿਵਾਸ ਹੈ। ਮੇਰੇ ਨਾਲ ਸੰਪਰਕ ਕਰਨ ਲਈ ਆਪ ਮੇਰੇ ਮੋਬਾਈਲ ਨੰਬਰ 9653080451 ਤੇ ਸੰਪਰਕ ਕਰ ਸਕਦੇ ਹੋ। ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕਰਾਂਗਾ ਅਤੇ ਮੈਂ ਬਹੁਤ ਬਹੁਤ ਧੰਨਵਾਦੀ ਵੀ ਹਾਂ ਪ੍ਰੋਫੈਸਰ ਵਿਪਿਨਪਾਲ ਸਿੰਘ ਜੀ ਦਾ, ਜਿਨ੍ਹਾਂ ਨੇ ਇਸ ਵੀਡੀਓ ਦੇ ਰਾਹੀਂ ਆਪ ਜੀ ਨਾਲ ਰੂਬਰੂ ਹੋਣ ਲਈ ਮੈਨੂੰ ਪ੍ਰੇਰਿਤ ਕੀਤਾ ਹੈ। ਦੋਸਤੋ, ਇਹ ਦੇਸ਼ ਰਿਸ਼ੀਆਂ ਮੁਨੀਆਂ ਭਗਤਾਂ ਪੈਗੰਬਰਾਂ ਮਹਾਪੁਰਖਾਂ ਯੋਧਿਆਂ ਦਾ ਦੇਸ਼ ਹੈ। ਜਦੋਂ ਅਸੀਂ ਆਪਣੇ ਪ੍ਰਾਚੀਨ ਇਤਿਹਾਸ ਵੱਲ ਝਾਤ ਮਾਰਦੇ ਹਾਂ ਤਾਂ ਸਾਨੂੰ ਧਿਆਨ ਚ ਆਉਂਦਾ ਹੈ ਕਿ ਇਹ ਦੇਸ਼ ਕਦੇ ਸੋਨੇ ਦੀ ਚਿੜੀ ਹੁੰਦਾ ਸੀ, ਜਿੱਥੇ ਖੁਸ਼ਹਾਲੀ ਸੀ, ਦੁੱਧ ਦੀਆਂ ਨਦੀਆਂ ਵਗਦੀਆਂ ਸਨ, ਲੋਕ ਆਪਸ ਦੇ ਵਿੱਚ ਰਲ ਮਿਲ ਕੇ ਰਹਿੰਦੇ ਸਨ, ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਸੀ। ਧਰਮ ਦੇ ਰਾਹ ਤੇ ਤੁਰਨ ਵਾਲੇ ਇਸ ਧਰਤੀ ਦੇ ਲੋਕ ਸਨ। ਪਰ ਇਤਿਹਾਸ ਸਾਨੂੰ ਇਹ ਵੀ ਦੱਸਦਾ ਹੈ ਕਿ ਉਤਾਰ ਚੜ੍ਹਾਅ ਆਉਂਦੇ ਰਹੇ ਔਰ ਕਈ ਹਮਲਾਵਰਾਂ ਨੇ ਸਾਡੇ ਉੱਤੇ ਹਮਲੇ ਕਰਕੇ ਸਾਨੂੰ ਚੁਣੌਤੀਆਂ ਦਿੱਤੀਆਂ। ਪਰ ਇਹ ਵੀ ਨਾਲ ਨਾਲ ਗੱਲ ਸਮਝ ਆਉਂਦੀ ਹੈ ਕਿ ਚਾਹੇ ਸਾਡੇ ਦੇਸ਼ ਦੇ ਵਿੱਚ ਸ਼ੱਕ ਆ ਕੇ ਹਮਲਾ ਕਰ ਗਏ ਹੁਣ ਆਏ ਜਾਂ ਹੋਰ ਵੀ ਕੋਈ ਆਏ, ਹਮਲਾਵਰ ਸਾਡੇ ਦੇਸ਼ ਵਿੱਚ ਆ ਕੇ ਉਹ ਸਾਡੇ ਵਿੱਚ ਰਲ ਮਿਸ ਗਏ, ਰਸ ਮਿਸ ਗਏ, ਉਹਨਾਂ ਨੇ ਸਾਡੀ ਸੰਸਕ੍ਰਿਤੀ ਨੂੰ ਅਪਣਾ ਲਿਆ। ਪਰ ਨਾਲ ਨਾਲ ਇਹ ਵੀ ਧਿਆਨ ਚ ਆਉਂਦਾ ਹੈ ਕਿ 8ਵੀਂ ਸ਼ਤਾਬਦੀ ਤੋਂ ਬਾਅਦ ਜਦੋਂ ਮੁਸਲਮਾਨਾਂ ਦੇ ਹਮਲੇ ਸ਼ੁਰੂ ਹੋਏ, ਮੁਗਲਿਆਂ ਦੇ ਹਮਲੇ ਸ਼ੁਰੂ ਹੋਏ, ਤਾਂ ਇੱਥੇ ਦਾ ਸਮਾਜ ਉਹ ਕਿਤੇ ਨਾ ਕਿਤੇ ਤਿੱਤਰ ਬਿੱਤਰ ਹੋਣਾ ਸ਼ੁਰੂ ਹੋਇਆ। 12ਵੀਂ ਸ਼ਤਾਬਦੀ ਦੇ ਵਿੱਚ ਆਉਂਦੇ ਹੋਏ ਇੱਥੇ ਮੁਗਲ ਰਾਜ ਦੀ ਸਥਾਪਨਾ ਹੋ ਚੁੱਕੀ ਸੀ ਔਰ ਅਸੀਂ ਦੇਖਦੇ ਹਾਂ ਕਿ ਮੁਸਲਮਾਨਾਂ ਦੇ ਹਮਲਿਆਂ ਦੇ ਵਿੱਚ ਹਰ ਪਾਸੇ ਖੂਨ ਖਰਾਬਾ, ਹਰ ਪਾਸੇ ਲੁੱਟ ਖਸੁੱਟ, ਧੀਆਂ ਭੈਣਾਂ ਦੀ ਇੱਜ਼ਤ ਨੂੰ ਰੋਲਿਆ ਗਿਆ। ਇਸ ਸਮਾਜ ਨੂੰ ਦੁਤਕਾਰਿਆ ਗਿਆ, ਹਿੰਦੂਆਂ ਦੀ ਧਰਮ ਸਥਾਨਾਂ ਨੂੰ ਤੋੜਿਆ ਗਿਆ, ਉਹਨਾਂ ਦੀ ਆਸਥਾ ਨੂੰ ਚੋਟ ਪਹੁੰਚਾਈ ਗਈ। ਲੁੱਟ ਖਸੁੱਟ ਦੇ ਇਹ ਸਿਲਸਿਲੇ ਲਗਾਤਾਰ ਚੱਲਦੇ ਰਹੇ। ਇਸ ਤਰ੍ਹਾਂ ਦਾ ਹਿੰਦੂ ਸਮਾਜ ਇਹਨਾਂ ਸਭ ਹਮਲਿਆਂ ਤੋਂ ਇੱਕ ਬੇਜਾਨ ਸਮਾਜ ਬਣ ਕੇ ਰਹਿ ਗਿਆ, ਜਿਸ ਦੇ ਵਿੱਚ ਆਤਮ ਸਨਮਾਨ ਦੀ ਘਾਟ ਹੋਣੀ ਸ਼ੁਰੂ ਹੋਈ। ਆਪਣੇ ਸਵਾਰਥ ਨੂੰ ਮੁੱਖ ਰੱਖਣਾ ਸ਼ੁਰੂ ਕੀਤਾ। ਜਾਤ ਪਾਤ, ਊਚ ਨੀਚ, ਛੂਆ-ਛਾਤ, ਸਤੀ ਪ੍ਰਥਾ, ਇਸ ਤਰ੍ਹਾਂ ਦੀਆਂ ਕਈ ਕੁਰੀਤੀਆਂ ਇਸ ਸਮਾਜ ਦੇ ਵਿੱਚ ਆਉਣੀਆਂ ਸ਼ੁਰੂ ਹੋਈਆਂ। ਦੋਸਤੋ, ਅਜਿਹੇ ਵਾਤਾਵਰਣ ਦੇ ਅੰਦਰ, ਅਜਿਹੇ ਨਮੋਸ਼ੀ ਦੇ ਹਾਲਾਤਾਂ ਦੇ ਅੰਦਰ ਪੂਰੇ ਦੇਸ਼ ਵਿੱਚ ਇੱਕ ਭਗਤੀ ਅੰਦੋਲਨ ਦੀ ਲਹਿਰ ਉੱਠੀ, ਜਿਸ ਨੇ ਪੁਨਰ ਜਾਗਰਣ ਦਾ ਕੰਮ ਸ਼ੁਰੂ ਕੀਤਾ। ਜਦੋਂ ਪੰਜਾਬ ਦੇ ਅੰਦਰ ਅਸੀਂ ਗੱਲ ਕਰਦੇ ਹਾਂ, ਕਿਉਂਕਿ ਪੰਜਾਬ ਸਰਹੱਦੀ ਸੂਬਾ ਹੈ ਔਰ ਇੱਥੇ ਲਗਾਤਾਰ ਹਮਲੇ ਹੁੰਦੇ ਰਹੇ, ਲਗਾਤਾਰ ਉਤਾਰ ਚੜ੍ਹਾਅ ਆਉਂਦੇ ਰਹੇ। ਇਹ ਪੰਜ ਨਦੀਆਂ ਦਾ ਪੰਜਾਬ, ਇਸਨੇ ਜਿੱਥੇ ਬਹੁਤ ਵੱਡੇ ਵੱਡੇ ਯੋਧਾ ਦਿੱਤੇ, ਉੱਥੇ ਸਿੱਖ ਗੁਰੂ ਪਰੰਪਰਾ ਇਹੋ ਜਿਹੀ ਇੱਕ ਪ੍ਰਗਟ ਹੋਈ, ਜਿਸ ਨੇ ਪੂਰੇ ਪੰਜਾਬ ਨਹੀਂ, ਪੂਰੇ ਹਿੰਦੁਸਤਾਨ ਨਹੀਂ, ਬਲਕਿ ਪੂਰੇ ਮਨੁੱਖਤਾ ਦੇ ਲਈ ਇੱਕ ਪ੍ਰਕਾਸ਼, ਇੱਕ ਗਿਆਨ ਦਾ ਪ੍ਰਕਾਸ਼ ਜੋ ਹੈ ਉਹ ਸਾਨੂੰ ਦਿੱਤਾ।
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਦੇ ਵਿੱਚ ਸਨ 1469 ਦੇ ਵਿੱਚ ਇਹ ਧਰਮ ਦਾ, ਗਿਆਨ ਦਾ, ਅਧਿਆਤਮ ਦਾ ਇਹ ਪ੍ਰਕਾਸ਼ ਇਸ ਧਰਤੀ ਤੇ ਅਵਤਰਿਤ ਹੋਇਆ। ਗੁਰੂ ਨਾਨਕ ਦੇਵ ਜੀ ਦਾ ਜੋ ਜੀਵਨ ਸੀ ਉਹ ਪੂਰਾ ਇਸ ਸਮਾਜ ਨੂੰ ਕਿਸ ਤਰੀਕੇ ਨਾਲ ਅਸੀਂ ਸੰਗਠਿਤ ਕਰ ਸਕਦੇ ਹਾਂ, ਕਿਸ ਤਰੀਕੇ ਨਾਲ ਇਸ ਨੂੰ, ਇਸ ਦੇ ਆਤਮ ਬਲ ਨੂੰ ਵਧਾ ਸਕਦੇ ਹਾਂ, ਕਿਸ ਤਰੀਕੇ ਨਾਲ ਪਖੰਡਾਂ ਦੇ ਵਿੱਚ ਫਸੀ ਹੋਈ ਮਨੁੱਖਤਾ ਨੂੰ, ਅੰਧ ਵਿਸ਼ਵਾਸਾਂ ਦੇ ਵਿੱਚ ਫਸੀ ਹੋਈ ਮਨੁੱਖਤਾ ਨੂੰ ਬਾਹਰ ਕੱਢ ਸਕਦੇ ਹਾਂ ਅਤੇ ਉਹਨਾਂ ਦਾ ਕਲਿਆਣ, ਆਤਮਾ ਦਾ ਪਰਮਾਤਮਾ ਨਾਲ ਮਿਲਨ ਉਹ ਕਿਸ ਤਰ੍ਹਾਂ ਹੋ ਸਕਦਾ ਹੈ। ਇਸੇ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਪੂਰਾ ਜੀਵਨ ਲਗਾਇਆ। ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਹ ਸਿਧਾਂਤ ਪ੍ਰਤਿਪਾਦਿਤ ਕਰਕੇ ਮਨੁੱਖ ਨੂੰ ਕਿਸ ਤਰ੍ਹਾਂ ਜਿਉਣਾ ਚਾਹੀਦਾ ਹੈ, ਕਿਸ ਤਰ੍ਹਾਂ ਰਹਿਣਾ ਚਾਹੀਦਾ ਹੈ, ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ। ਅਧਿਆਤਮ ਦੇ ਇਸ ਪੁੰਜ, ਇਸ ਗਿਆਨ ਦੇ ਪ੍ਰਕਾਸ਼ ਨੂੰ ਅੱਗੇ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਇਸ ਤਰ੍ਹਾਂ ਲੜੀਵਾਰ ਲੜੀ ਇਹ ਪ੍ਰਕਾਸ਼ ਵੱਧਦਾ ਹੋਇਆ। 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਰਾਏ ਜੀ, ਸ੍ਰੀ ਗੁਰੂ ਹਰਕ੍ਰਿਸ਼ਨ ਜੀ, 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਇਹ ਪ੍ਰਕਾਸ਼ ਅੱਜ ਵੀ ਪੂਰੀ ਦੁਨੀਆ ਦੀਆਂ ਸੰਗਤਾਂ ਨੂੰ ਆਤਮਾ ਅਤੇ ਪਰਮਾਤਮਾ ਦਾ ਜਿੱਥੇ ਗਿਆਨ ਦਿੰਦਾ ਹੈ, ਉੱਥੇ ਇੱਕ ਮਨੁੱਖ ਨੂੰ ਕਿਸ ਤਰ੍ਹਾਂ ਆਪਣੀ ਧਰਤੀ ਤੇ ਉੱਪਰ ਆਪਣੇ ਜੀਵਨ ਦਾ ਨਿਰਵਾਹ ਕਰਨਾ ਹੈ, ਕਿਸ ਤਰ੍ਹਾਂ ਆਪਣੇ ਕਲਿਆਣ ਕਰਨਾ ਹੈ, ਕਿਸ ਤਰ੍ਹਾਂ ਦੇਸ਼ ਦੀ ਸੇਵਾ, ਸਮਾਜ ਦੀ ਸੇਵਾ ਕਰਨੀ ਹੈ, ਉਸ ਦਾ ਲਗਾਤਾਰ ਸੰਦੇਸ਼, ਇੱਕ ਰਸਤਾ ਉਹ ਮਨੁੱਖਤਾ ਨੂੰ ਦਿਖਾ ਰਿਹਾ ਹੈ। ਅੱਜ ਜਦੋਂ ਇਸ ਵੀਡੀਓ ਰਾਹੀਂ ਗੱਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਅਸੀਂ ਕਰਾਂਗੇ ਤਾਂ ਇਹ 5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਨੂੰ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ ਸੀ, ਉਹਨਾਂ ਦੀ ਸ਼ਹਾਦਤ ਤੋਂ ਬਾਅਦ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਗੱਦੀ ਤੇ ਬੈਠੇ, ਉਹਨਾਂ ਦੇ ਘਰ 5ਵੀਂ ਸੰਤਾਨ ਦੇ ਰੂਪ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਅੰਮ੍ਰਿਤਸਰ ਵਿਖੇ ਗੁਰੂ ਕੇ ਮਹਿਲ ਦੇ ਵਿੱਚ ਜਨਮ ਪ੍ਰਾਪਤ ਕੀਤਾ। ਜਨਮ ਤੋਂ ਬਾਅਦ ਆਪ ਜੀ ਦਾ ਬਚਪਨ ਕਾਫੀ ਸਮਾਂ ਅੰਮ੍ਰਿਤਸਰ ਵਿਖੇ ਬੀਤਿਆ। ਉੱਥੇ ਹੀ ਆਪ ਜੀ ਦਾ ਲਾਲਨ ਪਾਲਨ ਔਰ ਵਿਦਿਆ ਦਾ ਆਰੰਭ ਹੋਇਆ ਔਰ ਆਪ ਜੀ ਦੀ ਵਿਦਿਆ ਬਾਬਾ ਬੁੱਢਾ ਜੀ, ਜੋ ਕਿ ਦੂਸਰੇ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਗੁਰੂ ਗੱਦੀ ਦੇ ਸੰਚਾਲਨ ਦੇ ਲਈ ਪ੍ਰਮੁੱਖ ਸੇਵਾ ਨਿਭਾਉਂਦੇ ਰਹੇ, ਉਹਨਾਂ ਦੀ ਰਹਿਨੁਮਾਈ ਦੇ ਹੇਠ, ਉਹਨਾਂ ਦੀ ਨਿਗਰਾਨੀ ਹੇਠ ਅਤੇ ਨਾਲ ਹੀ ਭਾਈ ਗੁਰਦਾਸ ਜੀ ਦੀ ਨਿਗਰਾਨੀ ਹੇਠ ਆਪ ਜੀ ਦਾ ਸਿੱਖਿਅਨ ਵਿਦਿਆ ਆਰੰਭ ਹੋਇਆ। ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਆਦਿ ਗ੍ਰੰਥ ਦੀ ਸੰਪਾਦਨਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਆਦੇਸ਼ਾਂ ਅਨੁਸਾਰ ਕੀਤੀ ਸੀ। ਦੋਸਤੋ, ਅਸੀਂ ਜਾਣਦੇ ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ 6ਵੇਂ ਗੁਰੂ ਹਰਗੋਬਿੰਦ ਸਿੰਘ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ। ਸ਼ਸਤਰ ਅਤੇ ਸ਼ਾਸਤਰ, ਇਹ ਦੋਨਾਂ ਦਾ ਸੁਮੇਲ ਉਹਨਾਂ ਨੇ ਸ਼ੁਰੂ ਕੀਤਾ। ਭਗਤੀ ਅਤੇ ਸ਼ਕਤੀ ਦੋਨੋਂ ਨਾਲ ਹੀ ਚੱਲ ਸਕਦੇ ਹਨ ਔਰ ਬਿਨਾਂ ਸ਼ਕਤੀ ਤੋਂ ਭਗਤੀ ਨਹੀਂ ਹੋ ਸਕਦੀ, ਧਰਮ ਦੀ ਰੱਖਿਆ ਨਹੀਂ ਹੋ ਸਕਦੀ। ਇਸ ਤਰੀਕੇ ਦਾ ਇੱਕ ਵਿਚਾਰ ਸਮਾਜ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਪ੍ਰਦਾਨ ਕੀਤਾ। ਗੁਰੂ ਤੇਗ ਬਹਾਦਰ ਜੀ ਵੀ ਉਹਨਾਂ ਸਮਿਆਂ ਦੇ ਵਿੱਚ, ਉਹਨਾਂ ਵਿਚਾਰਾਂ ਦੇ ਦੌਰਾਨ
ਸ਼ਸਤਰ ਵਿਦਿਆ ਵੀ ਪ੍ਰਾਪਤ ਕਰ ਰਹੇ ਸਨ, ਅਧਿਆਤਮ ਵਿਦਿਆ ਵੀ ਪ੍ਰਾਪਤ ਕਰ ਰਹੇ ਸਨ। ਅਤੇ ਕੁਝ ਦਿਨਾਂ ਬਾਅਦ, ਕੁਝ ਸਾਲਾਂ ਮਗਰੋਂ ਗੁਰੂ ਹਰਗੋਬਿੰਦ ਸਾਹਿਬ ਜੀ ਪਰਿਵਾਰ ਸਮੇਤ ਕਰਤਾਰਪੁਰ ਸਾਹਿਬ ਵਿਖੇ ਆ ਗਏ। ਇੱਥੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋ ਮੁਸਲਮਾਨ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ, ਮੁਗਲ ਸੈਨਾ ਨੇ ਇਹਨਾਂ ਨੂੰ ਇੱਥੇ ਘੇਰਾ ਪਾ ਲਿਆ। ਗੁਰੂ ਤੇਗ ਬਹਾਦਰ ਜੀ ਉਸ ਸਮੇਂ ਸਿਰਫ 14 ਵਰ੍ਹਿਆਂ ਦੇ ਸੀ। ਉਸ ਜੰਗ ਦੇ ਵਿੱਚ ਸ਼ਿਰਕਤ ਕਰਨ ਲਈ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪਿਤਾ ਤੋਂ ਆਗਿਆ ਮੰਗੀ ਅਤੇ ਬਹੁਤ ਹੀ ਦਲੇਰੀ ਬਹਾਦਰੀ ਦੇ ਨਾਲ ਮੁਗਲ ਫੌਜਾਂ ਦਾ ਸਾਹਮਣਾ ਕਰਦੇ ਹੋਏ ਉਹਨਾਂ ਦੇ ਛੱਕੇ ਛੁਡਾ ਦਿੱਤੇ। ਅਤੇ ਇਹ ਸਾਰਾ ਨਜ਼ਾਰਾ ਉਹਨਾਂ ਦੀ ਮਾਤਾ ਨਾਨਕੀ ਉਹ ਆਪਣੇ ਮਹਿਲ ਤੋਂ ਵੇਖਦੇ ਰਹੇ। ਔਰ ਉਹਨਾਂ ਦੀ ਬਹਾਦਰੀ ਨੂੰ ਵੇਖ ਕੇ ਜਦੋਂ ਜੰਗ ਜਿੱਤ ਕੇ ਵਾਪਸ ਆਏ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੋ ਪਹਿਲਾ ਨਾਮ ਤਿਆਗ ਮਲ ਸੀ ਉਹ ਬਦਲ ਕੇ ਤੇਗ ਬਹਾਦਰ ਰੱਖਿਆ ਗਿਆ। ਇਸੇ ਦੌਰਾਨ ਕਰਤਾਰਪੁਰ ਵਿਖੇ ਰਹਿੰਦੇ ਹੋਏ ਹੀ ਇਸ ਜੰਗ ਤੋਂ ਪਹਿਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਵਿਆਹ ਉਹ ਲਾਲ ਚੰਦ ਜੀ ਦੀ ਸੁਪੁੱਤਰੀ ਗੁਜਰੀ ਜੀ ਦੇ ਨਾਲ ਸੰਪੰਨ ਕਰਵਾਇਆ ਗਿਆ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸਰੀਰ ਨੂੰ ਛੱਡਣ ਲੱਗੇ ਤਾਂ ਉਹਨਾਂ ਨੇ ਗੁਰੂ ਗੱਦੀ ਜੋ ਹੈ ਉਹ ਆਪਣੇ ਵੱਡੇ ਪੁੱਤਰ ਜੋ ਕਿ ਅਸਮੇਂ ਹੀ ਕਾਲ ਦੇ ਗ੍ਰਾਸ ਵਿੱਚ ਜਾ ਚੁੱਕੇ ਸਨ, ਭਾਈ ਗੁਰਦਿੱਤ ਜੀ, ਉਹਨਾਂ ਦੇ ਛੋਟੇ ਪੁੱਤਰ ਗੁਰੂ ਹਰ ਰਾਏ ਜੀ ਨੂੰ ਉਹ ਗੁਰੂ ਗੱਦੀ ਸੌਂਪ ਗਏ ਅਤੇ ਉਹਨਾਂ ਨੇ ਤੇਗ ਬਹਾਦਰ ਜੀ ਨੂੰ ਹੁਕਮ ਕੀਤਾ ਕਿ ਉਹ ਬਕਾਲੇ ਜੋ ਕਿ ਤੇਗ ਬਹਾਦਰ ਜੀ ਦੇ ਨਾਨਕੇ ਸਨ ਉਹ ਉੱਥੇ ਚਲੇ ਜਾਣ। ਤਾਂ ਗੁਰੂ ਤੇਗ ਬਹਾਦਰ ਜੀ ਆਪਣੀ ਪਤਨੀ ਗੁਜਰੀ ਜੀ ਨਾਲ ਅਤੇ ਮਾਤਾ ਨਾਨਕੀ ਜੀ ਨਾਲ ਬਕਾਲੇ ਪਿੰਡ ਵਿੱਚ ਚਲੇ ਗਏ। ਉੱਥੇ ਰਹਿ ਕੇ ਉਹ ਤਪੱਸਿਆ ਕਰਨ ਲੱਗ ਪਏ, ਭਗਤੀ ਕਰਨ ਲੱਗ ਪਏ, ਪਰਮਾਤਮਾ ਦਾ ਨਾਮ ਸਿਮਰਨ ਕਰਨ ਲੱਗ ਪਏ। ਕਹਿੰਦੇ ਨੇ ਵੀ ਗੁਰੂ ਤੇਗ ਬਹਾਦਰ ਜੀ ਸ਼ੁਰੂ ਤੋਂ ਹੀ ਇੱਕ ਵੈਰਾਗੀ ਪ੍ਰਵਿਰਤੀ ਦੇ ਮਾਲਕ ਸਨ ਔਰ ਇਹ ਵੈਰਾਗੀ ਪ੍ਰਵਿਰਤੀ ਦੇ ਕਾਰਨ ਉਹ ਬਹੁਤ ਲੋਕਾਂ ਨੂੰ ਮਿਲਦੇ ਜੁਲਦੇ ਨਹੀਂ ਸਨ, ਆਪਣੀ ਭਗਤੀ ਦੇ ਵਿੱਚ ਰਮੇ ਰਹਿੰਦੇ ਸਨ। ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਣੀ ਤਾਰਾਂ ਜੋੜ ਕੇ ਬੈਠੇ ਰਹਿੰਦੇ ਸਨ, ਸਮਾਧੀ ਵਿੱਚ ਲੀਨ ਰਹਿੰਦੇ ਸਨ। ਇਸ ਤਰ੍ਹਾਂ ਉਹਨਾਂ ਨੇ ਆਪਣਾ ਜੀਵਨ ਬਾਬੇ ਬਕਾਲੇ ਦੇ ਵਿੱਚ ਗੁਜ਼ਾਰਨਾ ਸ਼ੁਰੂ ਕੀਤਾ ਔਰ ਕਈ ਵਰੇ ਉਹ ਉੱਥੇ ਹੀ ਰਹੇ। ਦੂਜੇ ਪਾਸੇ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਉਹ ਸਿੱਖਾਂ ਨੂੰ ਸੇਧ ਦਿੰਦੇ ਹੋਏ, ਸਮਾਜ ਨੂੰ ਸੇਧ ਦਿੰਦੇ ਹੋਏ ਇੱਕ ਵਾਰ ਦਿੱਲੀ ਪਹੁੰਚੇ ਤੇ ਦਿੱਲੀ ਦੇ ਉੱਥੇ ਰਾਜਾ ਮਿਰਜ਼ਾ ਜ਼ੈਰਾਮ ਸਿੰਘ ਨੇ ਗੁਰੂ ਜੀ ਨੂੰ ਆਪਣੇ ਬੰਗਲੇ ਦੇ ਵਿੱਚ ਆਦਰ ਸਤਿਕਾਰ ਨਾਲ ਬੁਲਾਇਆ ਔਰ ਅੱਜ ਉਹ ਬੰਗਲਾ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਮ ਨਾਲ ਦਿੱਲੀ ਵਿਖੇ ਪ੍ਰਸਿੱਧ ਹੈ ਔਰ ਸੰਗਤਾਂ ਉੱਥੇ ਦਰਸ਼ਨ ਕਰਨ ਆਉਂਦੀਆਂ ਹਨ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਵਿਖੇ ਆਪਣੀ ਯਾਤਰਾ ਦੇ ਵਿੱਚ ਸਨ ਤਾਂ ਉਸ ਸਮੇਂ ਦਿੱਲੀ ਦੇ ਵਿੱਚ ਚੇਚਕ ਦੀ ਬਿਮਾਰੀ ਦਾ ਮਹਾਮਾਰੀ ਉਹ ਫੈਲ ਗਈ। ਹਰ ਪਾਸੇ ਹਾਹਾਕਾਰ ਮਚੀ ਹੋਈ ਸੀ, ਲਗਾਤਾਰ ਮੌਤਾਂ ਹੋ ਰਹੀਆਂ ਸਨ। ਗੁਰੂ ਹਰਕ੍ਰਿਸ਼ਨ ਜੀ ਨੇ ਅਜਿਹੇ ਸਮੇਂ ਦੇ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ ਸੇਵਾ ਦੇ ਕੰਮ ਆਰੰਭ ਕੀਤੇ ਅਤੇ ਇਸੇ ਤਰ੍ਹਾਂ ਹੀ ਸੇਵਾ ਕਰਦਿਆਂ ਹੋਇਆਂ ਜਦੋਂ ਹਰਕ੍ਰਿਸ਼ਨ ਸਾਹਿਬ ਜੀ ਬਿਮਾਰ ਪੈ ਗਏ ਔਰ ਉਹਨਾਂ ਦਾ ਆਪਣਾ ਇਹ ਦੇਹਿਕ ਸਰੀਰ ਜੋ ਹੈ ਉਸ ਨੂੰ ਛੱਡਣ ਦਾ ਸਮਾਂ ਨਿਸ਼ਚਿਤ ਕੀਤਾ
ਤਾਂ ਅੰਤ ਵੇਲੇ ਜੋ ਸਿੱਖਾਂ ਨੇ ਉਹਨਾਂ ਨੂੰ ਪੁੱਛਿਆ ਕਿ ਹੁਣ ਉਹਨਾਂ ਦਾ ਮਾਰਗਦਰਸ਼ਕ ਰਹਿਬਰ ਗੁਰੂ ਕੌਣ ਹੋਵੇਗਾ, ਤਾਂ ਉਹਨਾਂ ਨੇ ਦੋ ਸ਼ਬਦ ਕਹੇ, ਬਾਬਾ ਬਕਾਲਾ। ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਸਵਾਸ ਉਹ ਛੱਡ ਦਿੱਤਾ। ਅਜਿਹੇ ਸਮੇਂ ਦੇ ਅੰਦਰ ਅਸੀਂ ਦੇਖਦੇ ਹਾਂ, ਸਮਝਦੇ ਹਾਂ ਕਿ ਜੋ ਸਿੱਖ ਸਮਾਜ ਸੀ ਉਸ ਵੇਲੇ ਉਹਨਾਂ ਦੇ ਵਿੱਚ ਇੱਕ ਅਸਮੰਜਸ ਦੀ ਸਥਿਤੀ ਪੈਦਾ ਹੋਣੀ ਸ਼ੁਰੂ ਹੋਈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਵਚਨਾਂ ਮੁਤਾਬਕ ਜਦ ਬਾਬਾ ਬਕਾਲਾ ਪਹੁੰਚੇ ਤਾਂ ਉੱਥੇ 22 ਮੰਜੀਆਂ ਸਥਾਪਿਤ ਕਰ ਲਿੱਤੀਆਂ ਗਈਆਂ, ਜੋ ਕਿ ਆਪਣੇ ਆਪ ਨੂੰ ਸਿੱਖਾਂ ਦੇ ਅਗਲੇ ਗੁਰੂ ਸਾਬਤ ਕਰਨ ਦੇ ਵਿੱਚ ਰੁੱਝੇ ਹੋਏ ਸਨ। ਕਈ ਦਿਨ ਇਸੇ ਤਰ੍ਹਾਂ ਹੀ ਬੀਤਦੇ ਗਏ, ਲੇਕਿਨ ਸੱਚਾ ਗੁਰੂ ਕੌਣ ਹੈ ਇਸ ਦਾ ਫੈਸਲਾ ਨਾ ਹੋ ਸਕਿਆ। तो इतिहास ਦੇ ਵਿੱਚ ਘਟਨਾ ਆਉਂਦੀ ਹੈ ਮੱਖਣ ਸ਼ਾਹ ਲੁਬਾਣਾ ਇੱਕ ਵਪਾਰੀ ਦੀ, ਜਿਸ ਦਾ ਬੇੜਾ ਸਮੁੰਦਰ ਦੇ ਵਿੱਚ ਡੁੱਬਣ ਲੱਗਾ ਸੀ। ਉਸਨੇ ਮਹਾਰਾਜ ਜੀ ਅੱਗੇ ਅਰਦਾਸ ਕੀਤੀ ਕਿ हे ਸਤਿਗੁਰ, ਜੇ ਮੇਰਾ ਬੇੜਾ ਬਚ ਜਾਂਦਾ ਹੈ, ਮੇਰਾ ਸਾਜੋ ਸਮਾਨ ਬਚ ਜਾਂਦਾ ਹੈ, ਮੇਰਾ ਵਪਾਰ ਬਚ ਜਾਂਦਾ ਹੈ, ਮੇਰੀ ਜ਼ਿੰਦਗੀ ਬਚ ਜਾਂਦੀ ਹੈ, ਤਾਂ ਮੈਂ ਆਪ ਜੀ ਨੂੰ 500 ਸੋਨੇ ਦੀਆਂ ਮੋਹਰਾਂ ਭੇਟਾ ਕਰਾਂਗਾ। ਔਰ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਉਸਦਾ ਬੇੜਾ ਜੋ ਹੈ ਉਹ ਬਚ ਗਿਆ। ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਜਦੋਂ ਮੱਖਣ ਸ਼ਾਹ ਲੁਬਾਣਾ ਗੁਰੂ ਜੀ ਦੀ ਭਾਲ ਵਿੱਚ ਆਇਆ ਤਾਂ ਪਤਾ ਲੱਗਿਆ ਕਿ ਗੁਰੂ ਜੀ ਹੁਣ ਬਾਬੇ ਬਕਾਲੇ ਵਿੱਚ ਨਿਵਾਸ ਕਰਦੇ ਹਨ। ਉਹ ਉੱਥੇ ਵੀ ਪਹੁੰਚਿਆ। ਉਹੀ ਅਸਮੰਜਸ ਦੀ ਸਥਿਤੀ, 22 ਮੰਜੀਆਂ, ਕੌਣ ਸੱਚਾ ਗੁਰੂ ਹੈ, ਕਿਸ ਤਰ੍ਹਾਂ ਇਹਨਾਂ ਦੀ ਪਛਾਣ ਕੀਤੀ ਜਾਵੇ, ਉਸ ਨੂੰ ਵੀ ਸਮਝ ਨਹੀਂ ਆ ਰਿਹਾ ਸੀ। ਇਸ ਲਈ ਉਸਨੇ ਹਰ ਇੱਕ ਗੁਰੂ ਦੇ ਅੱਗੇ 5-5 ਮੋਹਰਾਂ ਚੜਾਉਣੀਆਂ ਸ਼ੁਰੂ ਕੀਤੀਆਂ ਅਤੇ ਜਦੋਂ ਉਸ ਨੂੰ ਦੇਖਿਆ ਵੀ ਉਸ ਦਾ ਮਨ ਕਿਤੇ ਟਿਕਿਆ ਨਹੀਂ, ਉਹ ਨਿਰਾਸ਼ ਹਤਾਸ਼ ਬੈਠਾ ਸੀ, ਤਾਂ ਉਸਨੇ ਪਿੰਡ ਦੇ ਵਿੱਚ ਹੋਰ ਵੀ ਕਿਸੇ ਗੁਰੂ ਦੇ ਬਾਰੇ ਜਾਣਨਾ ਚਾਹਿਆ। ਔਰ ਉਸ ਨੂੰ ਦੱਸਿਆ ਗਿਆ ਕਿ ਇੱਕ ਗੁਰੂ ਦਾ ਸਿੱਖ ਹੈ ਜੋ ਪਿੰਡ ਦੇ ਵਿੱਚ ਰਹਿੰਦਾ ਹੈ, ਅਧਿਆਤਮ ਸਾਧਨਾ ਦੇ ਵਿੱਚ ਲੀਨ ਰਹਿੰਦਾ ਹੈ, ਉਹਨਾਂ ਨੂੰ ਜਾ ਕੇ ਉਹਨਾਂ ਦੇ ਦਰਸ਼ਨ ਕਰ। ਮੱਖਣ ਸ਼ਾਹ ਲੁਬਾਣਾ ਨੇ ਉਹਨਾਂ ਦੇ ਦਰਸ਼ਨ ਕੀਤੇ। ਮਹਾਰਾਜ ਜੀ ਸਮਾਧੀ ਦੇ ਵਿੱਚ ਲੀਨ ਸਨ, ਅੱਖਾਂ ਬੰਦ ਸਨ ਉਹਨਾਂ ਦੀਆਂ। ਜਦੋਂ ਉਸਨੇ 5 ਮੋਹਰਾਂ ਚੜਾ ਕੇ ਮੱਥਾ ਟੇਕ ਕੇ ਜਾਣ ਲੱਗਾ ਤਾਂ ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਰੋਕ ਲਿਆ। ਆਖਣ ਲੱਗੇ ਵੀ ਤੂੰ ਕੀ ਵਾਅਦਾ ਕੀਤਾ ਸੀ, ਤੂੰ ਆਪਣਾ ਵਾਅਦਾ ਕਦੋਂ ਪੂਰਾ ਕਰਨ ਆਇਆ ਹੈ? ਔਰ ਜਦੋਂ ਉਸ ਨੂੰ ਗੁਰੂ ਤੇਗ ਬਹਾਦਰ ਜੀ ਨੇ ਦੱਸਿਆ ਕਿ ਭਾਈ ਤੂੰ 500 ਮੋਹਰਾਂ ਜਿਹੜੀਆਂ ਨੇ ਉਹ ਚੜਾਉਣੀਆਂ ਸਨ, 5 ਨਾਲ ਨਹੀਂ ਸਰਨਾ, ਤਾਂ ਉਸ ਦੇ ਅੱਖਾਂ ਦੇ ਵਿੱਚ, ਮੱਖਣ ਸ਼ਾਹ ਲੁਬਾਣਾ ਦੀ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਸਨੇ ਬਾਹਰ ਆ ਕੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰਤਾ ਕਿ ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ, ਗੁਰੂ ਲੱਭ ਗਿਆ ਹੈ। ਇਸ ਪ੍ਰਕਾਰ ਸਿੱਖਾਂ ਨੂੰ ਆਪਣਾ ਅਗਲਾ ਗੁਰੂ, 9ਵੇਂ ਗੁਰੂ ਦੇ ਰੂਪ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਨੂੰ ਪ੍ਰਾਪਤ ਹੋਏ। ਗੁਰੂ ਤੇਗ ਬਹਾਦਰ ਜੀ ਦਾ ਸਿੱਖ ਮਤ ਨੂੰ ਅੱਗੇ ਵਧਾਉਣ ਦੇ ਲਈ ਆਪਣਾ ਜੀਵਨ ਲਗਾਉਣਾ ਸ਼ੁਰੂ ਕੀਤਾ। ਸੰਗਤਾਂ ਨਾਲ ਸਤਸੰਗ ਕਰਨਾ, ਦੀਵਾਨ ਸਜਾਉਣੇ, ਇਸ ਤਰ੍ਹਾਂ ਸਿੱਖ ਮਤ ਦਾ ਪ੍ਰਚਾਰ ਔਰ ਗੁਰੂ ਸੰਗਤਾਂ ਨੂੰ ਸੇਧ ਦੇਣ ਦਾ ਕੰਮ ਉਹ ਚੱਲਣ ਲੱਗ ਪਿਆ। ਨਵੰਬਰ ਮਹੀਨੇ 1664 ਦੇ ਵਿੱਚ ਗੁਰੂ ਤੇਗ ਬਹਾਦਰ ਜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਏ। ਅਸੀਂ ਜਾਣਦੇ ਹਾਂ ਸ਼੍ਰੀ ਦਰਬਾਰ ਸਾਹਿਬ ਜੀ ਦੀ ਸਥਾਪਨਾ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ। ਜਦੋਂ ਗੁਰੂ ਤੇਗ ਬਹਾਦਰ ਜੀ ਅੰਮ੍ਰਿਤਸਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਲਈ
ਜਾਣ ਲੱਗੇ ਤਾਂ ਉੱਥੋਂ ਦੇ ਜੋ ਸੇਵਾਦਾਰ ਸਨ ਉਹਨਾਂ ਨੇ ਉਹਨਾਂ ਨੂੰ ਰੋਕ ਦਿੱਤਾ। ਉਹਨਾਂ ਨੂੰ ਲੱਗਦਾ ਸੀ ਕਿ ਗੁਰੂ ਤੇਗ ਬਹਾਦਰ ਜੀ ਕਿਤੇ ਇਸ ਗੁਰਦੁਆਰਾ ਸਭਾ ਦੀ ਬਾਗਡੋਰ ਆਪਣੇ ਹੱਥ ਵਿੱਚ ਨਾ ਲੈ ਲੈਣ। ਗੁਰੂ ਜੀ ਬਾਹਰੋਂ ਹੀ ਮੱਥਾ ਟੇਕ ਕੇ ਉਥੋਂ ਦੀ ਚਲੇ ਗਏ ਔਰ ਲਗਭਗ ਅੰਮ੍ਰਿਤਸਰ ਤੋਂ 7-8 ਕਿਲੋਮੀਟਰ ਦੂਰ ਵੱਲਾ ਪਿੰਡ ਵਿੱਚ ਆ ਕੇ ਰੁਕੇ। ਜਦੋਂ ਅੰਮ੍ਰਿਤਸਰ ਦੀ ਸਿੱਖ ਸੰਗਤ ਨੂੰ ਪਤਾ ਲੱਗਾ ਕਿ ਗੁਰੂ ਜੀ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ ਹੈ ਤਾਂ ਉਹ ਸੰਗਤਾਂ ਗੁਰੂ ਜੀ ਦੇ ਮਗਰ ਵੱਲਾ ਪਿੰਡ ਤੱਕ ਪਹੁੰਚੀਆਂ, ਉਹਨਾਂ ਤੋਂ ਮੁਆਫੀਆਂ ਮੰਗੀਆਂ ਅਤੇ ਬੇਨਤੀ ਕੀਤੀ ਕਿ ਆਪ ਦੁਬਾਰਾ ਸਾਡੇ ਨਾਲ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਚੱਲੋ। ਪਰ ਗੁਰੂ ਜੀ ਉਸ ਸਮੇਂ ਨਹੀਂ ਉਹਨਾਂ ਦੇ ਨਾਲ ਗਏ ਔਰ ਕਹਿੰਦੇ ਨੇ ਕਿ ਅੱਜ ਵੀ ਮਾਘ ਦੀ ਪੂਰਨਮਾਸ਼ੀ ਤੇ ਵੱਲਾ ਪਿੰਡ ਦੇ ਗੁਰੂ ਘਰ ਦੇ ਵਿੱਚ ਸੰਗਤਾਂ ਆਉਂਦੀਆਂ ਹਨ ਅਤੇ ਆਪਣੀ ਉਸ ਭੁੱਲ ਦੀਆਂ ਮਾਫੀਆਂ ਅੱਜ ਵੀ ਮਹਾਰਾਜ ਜੀ ਕੋਲੋਂ ਮੰਗਦੀਆਂ ਹਨ। ਅੰਮ੍ਰਿਤਸਰ ਤੋਂ ਗੁਰੂ ਤੇਗ ਬਹਾਦਰ ਜੀ ਨੇ ਕੀਰਤਪੁਰ ਆ ਕੇ ਡੇਰਾ ਲਾਇਆ ਔਰ ਉਸ ਤੋਂ ਬਾਅਦ ਗੁਰੂ ਜੀ ਨੇ ਇਹ ਵਿਚਾਰਾਂ ਕੀਤੀਆਂ ਕਿ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਇੱਕ ਹੋਰ ਕੇਂਦਰ ਦੀ ਸਥਾਪਨਾ ਸਾਨੂੰ ਕਰਨੀ ਚਾਹੀਦੀ ਹੈ। ਇਸ ਲਈ ਉਹਨਾਂ ਨੇ ਇੱਕ ਜ਼ਮੀਨ ਦਾ ਸੌਦਾ ਕੀਤਾ ਔਰ ਉਸ ਜ਼ਮੀਨ ਦੇ ਉੱਪਰ ਇੱਕ ਨਵਾਂ ਨਗਰ ਵਸਾਉਣ ਦੀ ਵਿਉਂਤ ਤਿਆਰ ਕੀਤੀ ਔਰ ਉਸ ਨਗਰ ਦਾ ਨਾਮ ਰੱਖਿਆ ਚੱਕ ਨਾਨਕੀ। ਇਹ ਚੱਕ ਨਾਨਕੀ, ਜਿਸ ਨੂੰ ਅੱਜ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ, ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਦੀ ਸਥਾਪਨਾ ਕੀਤੀ। ਨਗਰ ਉਸਾਰੀ ਦਾ ਕੰਮ ਚੱਲ ਰਿਹਾ ਸੀ ਤੇ 1665 ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਵਿਚਾਰ ਕੀਤਾ ਕਿ ਅਸੀਂ ਇਸ ਸਮਾਜ ਨੂੰ ਸੰਗਠਿਤ ਕਰਨ ਦੇ ਲਈ, ਇਸ ਸਮਾਜ ਦੇ ਵਿੱਚ ਅੰਧ ਵਿਸ਼ਵਾਸਾਂ ਨੂੰ ਦੂਰ ਕਰਨ ਦੇ ਲਈ, ਵਿਗਿਆਨਕ ਸੋਚ ਨੂੰ ਲੋਕਾਂ ਦੇ ਵਿੱਚ ਜਾਗਰਿਤ ਕਰਨ ਦੇ ਲਈ, ਧਰਮ ਦੇ ਸਹੀ ਅਰਥ ਸਮਝਾਉਣ ਦੇ ਲਈ, ਆਤਮਾ ਅਤੇ ਪਰਮਾਤਮਾ ਦਾ ਮਿਲਨ ਕਿਸ ਤਰ੍ਹਾਂ ਹੋ ਸਕਦਾ ਹੈ, ਇਹ ਸਮਝਾਉਣ ਦੇ ਲਈ ਯਾਤਰਾਵਾਂ ਕਰਨੀਆਂ ਚਾਹੀਦੀਆਂ ਹਨ। ਅਤੇ ਉਹਨਾਂ ਨੇ ਆਪਣੀਆਂ ਯਾਤਰਾਵਾਂ ਸ਼ੁਰੂ ਕੀਤੀਆਂ ਔਰ ਉਹਨਾਂ ਦੇ ਮਨ ਦੇ ਵਿੱਚ ਇੱਕ ਸੰਕਲਪ ਵੀ ਸੀ ਕਿ ਜਿੱਥੇ ਜਿੱਥੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦੀਆਂ ਯਾਤਰਾਵਾਂ ਹੋਈਆਂ ਹਨ, ਉਹ ਵੀ ਉਹਨਾਂ ਸਥਾਨਾਂ ਦੀ ਯਾਤਰਾ ਕਰ ਸਕਣ। ਆਪਣੀ ਯਾਤਰਾਵਾਂ ਸ਼ੁਰੂ ਕਰਦੇ ਹੋਏ ਉਹਨਾਂ ਨੇ ਕੀਰਤਪੁਰ ਤੋਂ ਬਾਂਗਰ ਦਾ ਇਲਾਕਾ ਕਰਦੇ ਹੋਏ ਸੈਫਾਬਾਦ, ਜੋ ਕਿ ਅੱਜ ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੋਲ ਬਹਾਦਰਗੜ੍ਹ ਦੇ ਨਾਮ ਤੇ ਪ੍ਰਸਿੱਧ ਹੈ ਅਤੇ ਉੱਥੇ ਗੁਰਦੁਆਰਾ 9ਵੀਂ ਪਾਤਸ਼ਾਹੀ ਸਥਾਪਿਤ ਹੈ, ਉੱਥੇ ਪਹੁੰਚੇ। ਉੱਥੋਂ ਦਾ ਸਰਦਾਰ ਸੈਫੂਦੀਨ ਸੀ ਜੋ ਇੱਕ ਮੁਸਲਮਾਨ ਸੀ। ਜਦੋਂ ਉਹ ਗੁਰੂ ਤੇਗ ਬਹਾਦਰ ਜੀ ਦੇ ਸੰਪਰਕ ਵਿੱਚ ਆਇਆ ਔਰ ਉਹਨਾਂ ਦੇ ਸਤਸੰਗ, ਕਥਾ, ਪ੍ਰਵਚਨ ਸੁਣੇ ਤਾਂ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦਾ ਉਹ ਸੇਵਕ ਬਣਿਆ ਔਰ ਉਸ ਤੋਂ ਬਾਅਦ ਉਸਨੇ ਆਪਣੀ ਸਾਰੀ ਜ਼ਿੰਦਗੀ ਇੱਕ ਫਕੀਰ ਦੇ ਤਰ੍ਹਾਂ ਹੀ ਗੁਜ਼ਾਰੀ। ਇਸ ਤਰ੍ਹਾਂ ਦਾ ਇੱਕ ਪ੍ਰਭਾਵ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸਮੂਹ ਸਮਾਜ ਦੇ ਉੱਪਰ ਪੈਣ ਲੱਗ ਪਿਆ ਕਿ ਉਹ ਜਿੱਥੇ ਵੀ ਜਾਂਦੇ ਸੰਗਤਾਂ ਉਹਨਾਂ ਦੇ ਨਾਲ ਜੁੜ ਜਾਂਦੀਆਂ, ਉਹਨਾਂ ਤੋਂ ਪ੍ਰਭਾਵਿਤ ਹੋ ਕੇ ਸਿੱਖ ਮਤ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰਦੀਆਂ ਔਰ ਇਹੀ ਯਾਤਰਾਵਾਂ ਵੱਖ-ਵੱਖ ਪਿੰਡਾਂ ਦੇ ਵਿੱਚ ਹੁੰਦੀ ਹੋਈ ਇੱਕ ਘਟਨਾ ਦਾ ਜ਼ਿਕਰ ਮੈਂ ਕਰਾਂਗਾ। ਮੂਲੋਵਾਲ ਪਹੁੰਚੀ। ਜਦੋਂ ਮੂਲੋਵਾਲ ਗੁਰੂ ਤੇਗ ਬਹਾਦਰ ਜੀ ਨੇ ਜਲ ਪੀਣ ਲਈ ਮੰਗਵਾਇਆ, ਬਹੁਤ ਖਾਰਾ ਸੀ। ਪੁੱਛਿਆ ਗਿਆ ਤਾਂ ਪਤਾ ਲੱਗਾ ਕਿ ਸਾਰੇ ਇਲਾਕੇ ਦਾ ਜਲ ਬਹੁਤ ਖਾਰਾ ਹੈ, ਮਿੱਠਾ ਜਲ ਦੂਰ ਦੂਰ ਜਾ ਕੇ ਲੱਭਣਾ ਪੈਂਦਾ ਹੈ।
ਗੁਰੂ ਜੀ ਸਾਰੀ ਸੰਗਤ ਦੇ ਨਾਲ ਖੂਹ ਤੇ ਗਏ। ਖੂਹ ਦਾ ਨਿਰੀਖਣ ਕਰਨ ਤੋਂ ਬਾਅਦ ਸਭ ਨੂੰ ਹੁਕਮ ਕੀਤਾ ਕਿ ਵਾਹਿਗੁਰੂ ਦਾ ਜਾਪ ਕਰੋ ਔਰ ਇਸ ਖੂਹ ਨੂੰ ਖਾਲੀ ਕਰੋ। ਉਸੇ ਤਰ੍ਹਾਂ ਸੰਗਤਾਂ ਨੇ ਉਸ ਖੂਹ ਨੂੰ ਖਾਲੀ ਕੀਤਾ। ਰੇਤਾ ਨਿਕਲ ਆਇਆ। ਰੇਤਾ ਵੀ ਉਹਨਾਂ ਨੇ ਕਿਹਾ ਪੱਟ ਕੇ ਖੂਹ ਨੂੰ ਡੂੰਘਾ ਕਰ ਦਿਓ। ਔਰ ਜਦੋਂ ਰੇਤਾ ਕੱਢ ਦਿੱਤਾ ਗਿਆ, ਥੱਲੋਂ ਪਾਣੀ ਦਾ ਸੋਮਾ ਨਿਕਲ ਆਇਆ ਔਰ ਉਹ ਪਾਣੀ ਬਹੁਤ ਮਿੱਠਾ ਸੀ। ਲੋਕੀ ਉਸ ਨੂੰ ਚਮਤਕਾਰ ਦੱਸਣ ਲੱਗ ਗਏ, ਪਰ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਇਹ ਚਮਤਕਾਰ ਨਹੀਂ। ਖੂਹ ਦਾ ਪਾਣੀ ਉੱਪਰ ਖਾਰਾ ਹੈ, ਲੇਕਿਨ ਜ਼ਮੀਨ ਦੇ ਨੀਚੇ ਮਿੱਠਾ ਪਾਣੀ ਹੈ। ਅਸੀਂ ਸਿਰਫ ਖੂਹ ਨੂੰ ਡੂੰਘਾ ਕਰਨਾ ਹੈ ਤਾਂ ਕਿ ਖੂਹ ਦਾ ਮਿੱਠਾ ਪਾਣੀ ਸਾਨੂੰ ਪ੍ਰਾਪਤ ਹੋ ਸਕੇ। ਇਸੇ ਤਰ੍ਹਾਂ ਹੀ ਇਹ ਜਿਹੜੀ ਰੇਤ ਹੈ, ਇਹ ਅਗਿਆਨ ਦੀ ਰੇਤ ਹੈ। ਇਸ ਰੇਤ ਨੂੰ ਪੱਟ ਕੇ ਸਿੱਟਣਾ ਹੈ, ਇਸ ਨੂੰ ਸਾਫ਼ ਕਰਨਾ ਹੈ, ਇਸ ਨੂੰ ਹੁੰਝਾ ਮਾਰਨਾ ਹੈ। ਜਿਸ ਤਰ੍ਹਾਂ ਅਸੀਂ ਅਗਿਆਨ ਨੂੰ ਘਟਾਉਂਦੇ ਜਾਵਾਂਗੇ, ਸਾਡਾ ਜੋ ਨਿਰਮਲ ਆਤਮਾ ਹੈ, ਨਿਰਮਲ ਮਨ ਹੈ, ਉਸ ਤੱਕ ਅਸੀਂ ਪਹੁੰਚ ਜਾਵਾਂਗੇ ਔਰ ਉਸ ਤਰੀਕੇ ਨਾਲ ਹੀ ਅਸੀਂ ਪਰਮਾਤਮਾ ਤੱਕ ਪਹੁੰਚ ਜਾਵਾਂਗੇ। ਸੰਗਤਾਂ ਦੇ ਅੰਦਰ ਜੈ ਜੈਕਾਰ ਹੋਣ ਲੱਗੀ ਔਰ ਗੁਰੂ ਜੀ ਇਸੇ ਤਰ੍ਹਾਂ ਉਪਦੇਸ਼ ਕਰਦੇ ਹੋਏ ਬਾਕੀ ਯਾਤਰਾ ਨੂੰ ਅੱਗੇ ਲੈ ਕੇ ਚੱਲ ਪਏ। ਯਾਤਰਾ ਜਦੋਂ ਹੰਡਿਆਇਆ ਇੱਕ ਪਹੁੰਚੀ ਤਾਂ ਉੱਥੇ ਬਿਮਾਰੀ ਬਹੁਤ ਫੈਲੀ ਹੋਈ ਸੀ। ਲੋਕ ਬਿਮਾਰੀਆਂ ਨਾਲ ਮਰਦੇ ਬਹੁਤ ਸਨ। ਗੁਰੂ ਜੀ ਨੇ ਦੇਖਿਆ ਕਿ ਇੱਕ ਤਲਾਬ ਹੈ ਜਿੱਥੇ ਚਮੜਾ ਧੋਤਾ ਜਾਂਦਾ ਹੈ ਔਰ ਤਲਾਬ ਦਾ ਗੰਦਲਾ ਪਾਣੀ ਇੰਨਾ ਹੈ ਕਿ ਉਸਨੇ ਆਸੇ-ਪਾਸੇ ਦੇ ਵਾਤਾਵਰਣ ਦੇ ਵਿੱਚ ਬਿਮਾਰੀਆਂ ਦਾ ਫੈਲਾਅ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਗੁਰੂ ਜੀ ਆਪ ਉਸ ਗੰਦਲੇ ਪਾਣੀ ਦੇ ਵਿੱਚ ਵੜ ਕੇ ਸੰਗਤਾਂ ਦੇ ਨਾਲ ਉਸ ਤਲਾਬ ਨੂੰ ਸਾਫ਼ ਕਰਨ ਲੱਗ ਪਏ। 2 ਦਿਨ ਦੇ ਵਿੱਚ ਤਲਾਬ ਸਾਫ਼ ਹੋਇਆ ਔਰ ਅੱਜ ਵੀ ਉਸ ਤਲਾਬ ਦਾ ਨਾਮ ਗੁਰੂਸਰ ਹੈ। ਔਰ ਅੱਜ ਵੀ ਸੰਗਤ ਜਿਹੜੀ ਹੈ ਉੱਥੇ ਆਪਣੀਆਂ ਬਿਮਾਰੀਆਂ ਦਾ ਛੁਟਕਾਰੇ ਦੇ ਲਈ ਆ ਕੇ ਇਸ਼ਨਾਨ ਕਰਦੀਆਂ ਹਨ। ਤਾਂ ਉਹ ਤਲਾਬ ਦੀ ਸਫਾਈ ਤੋਂ ਬਾਅਦ ਹੌਲੀ-ਹੌਲੀ ਉਸ ਪਿੰਡ ਦੇ ਵਿੱਚ ਬਿਮਾਰੀ ਵੀ ਖਤਮ ਹੋਈ ਔਰ ਵਾਤਾਵਰਣ ਵੀ ਸ਼ੁੱਧ ਹੋਇਆ। ਜਿਸ ਪ੍ਰਕਾਰ ਗੁਰੂ ਜੀ ਨੇ ਪ੍ਰਕਿਰਤੀ ਦੇ ਨਾਲ ਸੰਬੰਧਾਂ ਨੂੰ ਕਿਸ ਤਰ੍ਹਾਂ ਅਸੀਂ ਸੰਭਾਲਣਾ ਹੈ, ਕਿਸ ਤਰ੍ਹਾਂ ਵਿਗਿਆਨਕ ਸੋਚ ਦੇ ਨਾਲ ਅਸੀਂ ਚੱਲਣਾ ਹੈ, ਇਹ ਸੰਗਤਾਂ ਨੂੰ ਸਮਝਾਇਆ। ਔਰ ਉਸ ਦੇ ਨਾਲ ਹੀ ਅਧਿਆਤਮ ਦੇ ਨਾਲ ਆਪਣਾ ਜੀਵਨ ਕਿਸ ਤਰ੍ਹਾਂ ਗੁਜ਼ਾਰਦੇ ਹੋਏ ਆਤਮ ਸਨਮਾਨ ਦੇ ਨਾਲ ਖੜੇ ਹੋ ਕੇ ਸੱਚ ਦੇ ਨਾਲ ਤੁਰਨ ਦੀ ਇੱਕ ਤਾਕਤ ਪੈਦਾ ਕਰਨਾ, ਇਸ ਗੱਲ ਦੀ ਵੀ ਸਿੱਖਿਆ ਦਿੱਤੀ। ਇਸੇ ਤਰ੍ਹਾਂ ਯਾਤਰਾਵਾਂ ਹੁੰਦੇ ਹੋਏ ਉਹ ਆਪ ਕੁਰੂਕਸ਼ੇਤਰ ਪਹੁੰਚੇ, ਦਿੱਲੀ ਪਹੁੰਚੇ, ਮਥੁਰਾ ਦੇ ਵਿੱਚ ਵੀ ਗਏ। ਪਰ ਉੱਥੇ ਜਾ ਕੇ ਉਹਨਾਂ ਨੇ ਜਦੋਂ ਦੇਖਿਆ ਕਿ ਉੱਥੋਂ ਦੇ ਜੋ ਪਾਂਡੇ ਨੇ ਉਹ ਹਜੇ ਲੁੱਟ ਖਸੁੱਟ ਕਰਨ ਦੇ ਵਿੱਚ ਹੀ ਰੁੱਝੇ ਹੋਏ ਨੇ, ਤਾਂ ਉਹਨਾਂ ਦੇ ਮਨ ਨੂੰ ਬਹੁਤ ਦੁੱਖ ਲੱਗਾ ਕਿ ਸਮਾਜ ਨੂੰ ਸਹੀ ਗਿਆਨ ਦੇਣ ਦੀ ਬਜਾਏ ਇੱਕ ਵਰਗ ਜੋ ਹੈ ਉਹ ਸਿਰਫ ਲੁੱਟ ਖਸੁੱਟ ਕਰਨ ਦਾ ਕੰਮ ਕਰੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਗੁਰੂ ਜੀ ਨੂੰ ਦੁਖੀ ਕਰਦੀਆਂ ਸਨ। ਉੱਥੇ ਵੀ ਆਪ ਜੀ ਨੇ ਸੰਗਤਾਂ ਨੂੰ ਉਪਦੇਸ਼ ਕਰਨੇ ਸ਼ੁਰੂ ਕੀਤੇ। ਉੱਥੇ ਅੱਜ ਕੱਲ ਇੱਕ ਗੁਰਦੁਆਰਾ ਮਾਈ ਥਾਨ ਹੈ। ਗੁਰੂ ਜੀ ਨੇ ਉੱਥੇ ਇੱਕ ਖੂਹ ਪਟਵਾਇਆ ਸੀ, ਉਹ ਵੀ ਉੱਥੇ ਹੈ। ਇਹ ਗੁਰਦੁਆਰਾ ਮਾਈ ਥਾਨ ਦਾ ਇਤਿਹਾਸ ਇਹ ਦੱਸਦਾ ਹੈ ਕਿ ਇੱਥੇ ਇੱਕ ਮਾਈ ਸੀ ਜਿਸ ਨੇ ਗੁਰੂ ਜੀ ਨੂੰ ਇੱਕ ਥਾਨ ਭੇਟ ਕੀਤਾ ਸੀ ਔਰ ਗੁਰੂ ਜੀ ਨੇ ਉਸ ਨੂੰ ਆਸ਼ੀਰਵਾਦ ਦਿੰਦੇ ਹੋਏ ਉਸ ਸਥਾਨ ਨੂੰ ਇੱਕ ਬਖਸ਼ ਕੀਤੀ ਸੀ। ਇਸ ਲਈ ਗੁਰਦੁਆਰਾ ਮਾਈ ਥਾਨ ਦੇ ਨਾਮ ਤੇ ਉਹ ਪ੍ਰਸਿੱਧ ਹੈ। ਗੁਰੂ ਜੀ ਆਪਣੀ ਯਾਤਰਾਵਾਂ ਦੇ ਦੌਰਾਨ ਪ੍ਰਯਾਗ ਵੀ ਪਹੁੰਚੇ, ਤ੍ਰਿਵੇਣੀ ਦੇ ਸੰਗਮ ਤੇ ਪਹੁੰਚੇ। ਉੱਥੇ ਵੀ ਉਹਨਾਂ ਨੇ ਗਿਆਨ ਚਰਚਾਵਾਂ ਦੇ ਵਿੱਚ ਹਿੱਸਾ ਲਿੱਤਾ। ਬਹੁਤ ਸੰਗਤਾਂ ਉਹਨਾਂ ਦੇ ਕੋਲ ਉਹਨਾਂ ਦੇ ਸਤਸੰਗ ਨੂੰ ਸੁਣਨ ਲਈ ਇਕੱਠੀਆਂ ਹੁੰਦੀਆਂ ਰਹੀਆਂ। ਉਹਨਾਂ ਨੇ ਉੱਥੇ ਕਿਹਾ ਕਿ ਸਤਸੰਗ ਹੀ ਤ੍ਰਿਵੇਣੀ ਹੈ। ਸਤਸੰਗ ਇੱਕ ਅਜਿਹੀ ਤ੍ਰਿਵੇਣੀ ਹੈ ਜਿੱਥੇ ਆਤਮਾ ਅਤੇ ਪਰਮਾਤਮਾ ਦਾ ਮਿਲਨ ਹੁੰਦਾ ਹੈ। ਇਸ ਤਰ੍ਹਾਂ ਉਹਨਾਂ ਨੇ ਸਾਧ ਸੰਗਤਾਂ ਦਾ ਮਾਰਗਦਰਸ਼ਨ ਕਰਦੇ ਹੋਏ ਆਪ ਬਨਾਰਸ ਵੀ ਪਹੁੰਚੇ। ਉੱਥੇ ਵੀ ਆਪ ਜੀ ਦਾ ਦੀਵਾਨ ਸਜਦੇ ਰਹੇ
ਬਨਾਰਸ ਸ਼ੁਰੂ ਤੋਂ ਹੀ ਅਸੀਂ ਜਾਣਦੇ ਹਾਂ ਕਿ ਇੱਕ ਵਿਦਿਆ ਦਾ ਕੇਂਦਰ ਰਿਹਾ ਹੈ, ਅਧਿਆਤਮ ਦਾ ਕੇਂਦਰ ਰਿਹਾ ਹੈ। ਆਪ ਜੀ ਦੀਆਂ ਯਾਤਰਾਵਾਂ ਯੂਪੀ ਬਿਹਾਰ ਦੇ ਇੱਕ ਬਾਰਡਰ ਤੇ ਇੱਕ ਨਦੀ ਹੈ ਕਰਮਨਾਸ਼ਾ, ਉੱਥੇ ਪਹੁੰਚੀ। ਕਰਮਨਾਸ਼ਾ ਨਦੀ ਇੱਕ ਅਜਿਹੀ ਨਦੀ ਸੀ ਜਿੱਥੇ ਇਹ ਪ੍ਰਚਲਿਤ ਕਰ ਦਿੱਤਾ ਗਿਆ ਸੀ ਵੀ ਜੋ ਉਸ ਦੇ ਵਿੱਚ ਨਹਾਏਗਾ ਉਸਦੇ ਪਾਪ ਜਿਹੜੇ ਨੇ, ਉਸਦੇ ਜੋ ਪੁੰਨ ਹਨ ਉਹ ਨਸ਼ਟ ਹੋ ਜਾਣਗੇ। ਇਸ ਕਰਕੇ ਉਸ ਨਦੀ ਦਾ ਕੋਈ ਵੀ ਇਸਤੇਮਾਲ ਨਹੀਂ ਸੀ ਕਰਦਾ। ਗੁਰੂ ਜੀ ਨੇ ਉਸ ਅੰਧ ਵਿਸ਼ਵਾਸ ਨੂੰ ਖਤਮ ਕਰਦੇ ਹੋਏ ਕਿਹਾ ਕਿ ਨਦੀਆਂ ਤਾਂ ਹਮੇਸ਼ਾ ਹੀ ਪਵਿੱਤਰ ਹੁੰਦੀਆਂ ਨੇ, ਇਹ ਸਾਡੀਆਂ ਭਰਨ ਪੋਸ਼ਣ ਕਰਨ ਵਾਲੀਆਂ ਹੁੰਦੀਆਂ ਨੇ, ਇਸ ਕਰਕੇ ਸਾਡੀ ਧਰੋਹਰ ਹੈ, ਅਸੀਂ ਇਸ ਨੂੰ ਨਤਮਸਤਕ ਹੁੰਨੇ ਹਾਂ। ਔਰ ਇਸ ਤੁਹਾਡੇ ਜੋ ਵਹਿਮ ਹੈ ਉਸ ਨੂੰ ਦੂਰ ਕਰਨ ਲਈ ਗੁਰੂ ਜੀ ਨੇ ਆਪ ਉਸ ਦੇ ਵਿੱਚ ਇਸ਼ਨਾਨ ਕੀਤਾ ਔਰ ਉਸ ਤੋਂ ਬਾਅਦ ਸਾਰੀਆਂ ਸੰਗਤਾਂ ਨੇ ਉਸ ਨਦੀ ਦੇ ਵਿੱਚ ਇਸ਼ਨਾਨ ਕਰਕੇ ਉਸ ਮਿਥਕ ਨੂੰ ਭੰਨਿਆ। ਬੰਗਾਲ ਦੇ ਵਿੱਚ ਵੀ ਆਪ ਗਏ, ਢਾਕੇਸ਼ਵਰੀ ਦੇਵੀ ਦੇ ਵੀ ਆਪ ਜੀ ਨੇ ਦਰਸ਼ਨ ਕੀਤੇ। ਅਸਾਮ ਦੇ ਵਿੱਚ ਵੀ ਗਏ। ਅਸਾਮ ਦੇ ਵਿੱਚ ਇੱਕ ਧੋਬੜੀ ਸਾਹਿਬ ਦਾ ਇੱਕ ਪ੍ਰਸਿੱਧ ਗੁਰਦੁਆਰਾ ਹੈ ਜਿੱਥੇ ਸੰਗਤਾਂ ਦੂਰ ਦਰਾਡਿਓਂ ਦਰਸ਼ਨ ਕਰਨ ਆਉਂਦੀਆਂ ਹਨ। ਉਸ ਦਾ ਇੱਕ ਉਲੇਖ ਮਿਲਦਾ ਹੈ ਕਿ ਮੁਗਲ ਸੈਨਾ ਅਤੇ ਅਸਾਮ ਦੇ ਰਾਜੇ ਅਹੋਮ ਦੇ ਵਿੱਚ ਇੱਕ ਜੰਗ ਚੱਲ ਰਹੀ ਸੀ ਔਰ ਅਹੋਮ ਰਾਜੇ ਦਾ ਇੱਕ ਸੈਨਾਪਤੀ ਜੀ, ਇੱਕ ਜਾਦੂਗਰਨੀ ਸੀ ਨਿਤਾਈ, ਉਸ ਨਾਲ ਯੁੱਧ ਹੋ ਰਿਹਾ ਸੀ। ਗੁਰੂ ਜੀ ਉੱਥੇ ਬ੍ਰਹਮਪੁੱਤਰ ਨਦੀ ਦੇ ਕਿਨਾਰੇ ਬੈਠੇ ਸਨ। ਨਿਤਾਈ ਨੇ ਉਹਨਾਂ ਦੇ ਉੱਪਰ ਇੱਕ ਵੱਡੇ ਸਾਰੇ ਪੱਥਰ ਨਾਲ ਹਮਲਾ ਕੀਤਾ ਔਰ ਗੁਰੂ ਜੀ ਨੇ ਉਸ ਪੱਥਰ ਨੂੰ ਆਪਣੇ ਹੱਥ ਨਾਲ ਰੋਕ ਦਿੱਤਾ ਔਰ ਅੱਜ ਵੀ ਉਹ ਪੱਥਰ ਉੱਥੇ ਕਹਿੰਦੇ ਮੌਜੂਦ ਹੈ। ਨਿਤਾਈ ਜਾਦੂਗਰਨੀ ਆਪਣੇ ਚਮਤਕਾਰਾਂ ਦੇ ਨਾਲ ਲਗਾਤਾਰ ਹਮਲੇ ਕਰਦੀ ਰਹੀ ਔਰ ਗੁਰੂ ਜੀ ਵਿਰਾਗੀ ਮਨ ਵਾਲੇ, ਸ਼ਾਂਤ ਸੁਭਾਅ ਵਾਲੇ, ਉਸ ਨੂੰ ਲਗਾਤਾਰ ਸਮਝਾਉਂਦੇ ਰਹੇ। ਅਖੀਰ ਨਿਤਾਈ ਨੇ ਆਪਣੀ ਹਾਰ ਮੰਨੀ ਅਤੇ ਗੁਰੂ ਜੀ ਤੋਂ ਆਪਣੇ ਪ੍ਰਸਿੱਧੀ ਦੇ ਲਈ ਵਰ ਦੇਣ ਦੀ ਕਿਹਾ। ਗੁਰੂ ਜੀ ਨੇ ਤਦ ਕਿਹਾ ਕਿ ਨਿਤਾਈ, ਇਹ ਸਥਾਨ ਹੁਣ ਧੋਬੜੀ ਦੇ ਨਾਮ ਦੇ ਨਾਲ ਜਾਣਿਆ ਜਾਵੇਗਾ। ਧੋ ਦਾ ਮਤਲਬ ਧੋਬਨ, ਕਿਉਂਕਿ ਨਿਤਾਈ ਧੋਬਨ ਸੀ ਅਤੇ ਬੜੀ ਉਥੋਂ ਦੀ ਭਾਸ਼ਾ ਦੇ ਵਿੱਚ ਪ੍ਰਧਾਨ ਨੂੰ ਕਿਹਾ ਜਾਂਦਾ ਹੈ। ਇਸ ਤਰੀਕੇ ਨਾਲ ਧੋਬੜੀ ਨਾਮ ਪ੍ਰਸਿੱਧ ਹੋਇਆ ਔਰ ਉੱਥੇ ਅੱਜ ਵੀ ਗੁਰਦੁਆਰਾ ਸਾਹਿਬ ਸੰਗਤਾਂ ਦੇ ਲਈ ਹਮੇਸ਼ਾ ਹੀ ਉੱਥੇ ਸੰਗਤਾਂ ਦਰਸ਼ਨ ਦੀਦਾਰ ਕਰਨ ਆਉਂਦੀਆਂ ਨੇ। ਇਸ ਤਰ੍ਹਾਂ ਹੀ ਆਪਣੀ ਯਾਤਰਾਵਾਂ ਕਰਦੇ ਹੋਏ ਆਪ ਉੜੀਸਾ ਪਹੁੰਚੇ। ਉੜੀਸਾ ਦੇ ਵਿੱਚ ਜਗਨਨਾਥਪੁਰੀ ਦੇ ਆਪਨੇ ਦਰਸ਼ਨ ਕੀਤੇ ਜਿੱਥੇ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਗਏ ਸਨ ਔਰ ਉੱਥੇ ਉਹਨਾਂ ਨੇ ਆਰਤੀ ਦੀ ਰਚਨਾ ਕੀਤੀ ਸੀ। ਕੈਸੀ ਆਰਤੀ ਹੋਈ ਭਵ ਖੰਡਨਾ ਤੇਰੀ ਆਰਤੀ, ਉੱਥੇ ਉਸ ਦਾ ਗਾਇਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ। ਉਹੀ ਗਾਇਨ ਗੁਰੂ ਤੇਗ ਬਹਾਦਰ ਜੀ ਨੇ ਜਗਨਨਾਥਪੁਰੀ ਦੇ ਵਿੱਚ ਕੀਤਾ। ਸੰਗਤਾਂ ਨਾਲ ਸਤਸੰਗ ਕਰਦੇ ਹੋਏ ਇੱਕ ਉਹਨਾਂ ਦੇ ਕੋਲ ਇੱਕ ਪਾਂਡਾ ਆਇਆ ਔਰ ਉਸਨੇ ਕਿਹਾ ਕਿ ਮੈਂ ਤੁਹਾਡਾ ਪਾਂਡਾ ਹਾਂ। ਗੁਰੂ ਜੀ ਨੇ ਜਾਣਕਾਰੀ ਲਿੱਤੀ ਤਾਂ ਪਤਾ ਲੱਗਿਆ ਕਿ ਜੋ ਗੁਰੂ ਨਾਨਕ ਦੇਵ ਜੀ ਪਹਿਲੀ ਵਾਰੀ ਜਗਨਨਾਥਪੁਰੀ ਵਿਖੇ ਪਹੁੰਚੇ ਸਨ ਤਾਂ ਉਸ ਵੇਲੇ ਉਹਨਾਂ ਦੇ ਪੂਰਵਜ ਪਾਂਡੇ ਨੂੰ ਉਹਨਾਂ ਨੇ ਕਲਯੁਗੀ ਪਾਂਡੇ ਦਾ ਨਾਮ ਦਿੱਤਾ ਸੀ ਔਰ ਅੱਜ ਵੀ ਉਹ ਪਾਂਡਾ ਆਪਣੇ ਆਪ ਨੂੰ ਕਲਯੁਗੀ ਪਾਂਡਾ ਕਹਾਉਂਦਾ ਹੈ। ਇਸ ਤਰੀਕੇ ਨਾਲ ਉਸਨੇ ਉਹਨਾਂ ਗੁਰੂ ਤੇਗ ਬਹਾਦਰ ਜੀ ਨੂੰ ਦੱਸਿਆ, ਉਹਨਾਂ ਦੇ ਦਰਸ਼ਨ ਕੀਤੇ, ਆਸ਼ੀਰਵਾਦ ਲਿੱਤਾ। ਇਸ ਤਰ੍ਹਾਂ ਯਾਤਰਾਵਾਂ ਦਾ ਗੁਰੂ ਮਹਾਰਾਜ ਜੀ ਦੀਆਂ ਚੱਲਦੀਆਂ ਰਹੀਆਂ। ਪਰ ਦੂਸਰੇ ਪਾਸੇ ਜੋ ਮੁਗਲ ਸਲਤਨਤ ਸੀ, ਔਰੰਗਜ਼ੇਬ ਸੀ, ਉਸਨੇ ਇੱਕ ਅੱਤ ਦਾ ਕਹਿਰ ਹਿੰਦੂ ਸਮਾਜ ਦੇ ਉੱਪਰ ਢਾਇਆ ਹੋਇਆ ਸੀ। ਕਈ ਤਰ੍ਹਾਂ ਦੇ ਕਰ ਲਗਾ ਕੇ ਇਸ ਹਿੰਦੂ ਸਮਾਜ ਨੂੰ ਧਰਮ ਪਰਿਵਰਤਨ ਕਰਨ ਦੇ ਲਈ ਮਜਬੂਰ ਕਰਨਾ, ਡਰਾ ਕੇ, ਧਮਕਾ ਕੇ, ਲਲਚਾ ਕੇ, ਇਹ ਉਸਦਾ ਦਮਨਕਾਰੀ ਕੁਚੱਕਰ ਜੋ ਹੈ ਉਹ ਚੱਲ ਰਿਹਾ ਸੀ।
ਇਸੇ ਲੜੀ ਦੇ ਵਿੱਚ 1669 ਦੇ ਵਿੱਚ ਉਸਨੇ ਇੱਕ ਹੁਕਮ ਜਾਰੀ ਕੀਤਾ ਕਿ ਹਿੰਦੂਆਂ ਦੇ ਧਰਮ ਸਥਾਨ, ਹਿੰਦੂਆਂ ਦੇ ਆਸਥਾ ਦੇ ਕੇਂਦਰ, ਉਹਨਾਂ ਦੀ ਅਧਿਆਤਮਿਕ ਤਾਕਤ ਦੇ ਕੇਂਦਰ, ਉਹਨਾਂ ਨੂੰ ਧਵਸਤ ਕਰ ਦਿੱਤਾ ਜਾਵੇ। ਇਹ ਹੁਕਮ ਹੁੰਦੇ ਹੀ ਸਭ ਤੋਂ ਪਹਿਲਾਂ ਬਨਾਰਸ ਵਿਖੇ ਕਾਸ਼ੀ ਵਿਸ਼ਵਨਾਥ ਦੇ ਮੰਦਿਰ ਦੇ ਉਸ ਨੂੰ ਢਾ ਦਿੱਤਾ ਗਿਆ। ਫਿਰ ਮਥੁਰਾ ਦੇ ਵਿੱਚ ਭਗਵਾਨ ਕ੍ਰਿਸ਼ਨ ਦੇ ਮੰਦਿਰ ਨੂੰ ਢਾਇਆ ਗਿਆ। ਗੁਜਰਾਤ ਦੇ ਅੰਦਰ ਸੋਮਨਾਥ ਜੀ ਦਾ ਮੰਦਿਰ ਜੋ ਦੂਸਰੀ ਵਾਰੀ ਤਿਆਰ ਹੋਇਆ ਸੀ, ਉਸ ਨੂੰ ਵੀ ਢਾਇਆ ਗਿਆ। ਪੂਰੇ ਦੇਸ਼ ਭਰ ਦੇ ਵਿੱਚ ਹਜ਼ਾਰਾਂ ਹੀ ਮੰਦਿਰ ਉਸ ਦੇ ਇਸ ਫਰਮਾਨ ਤੋਂ ਬਾਅਦ ਢਾਣੇ ਸ਼ੁਰੂ ਕਰ ਦਿੱਤੇ ਗਏ। ਦੂਜੇ ਪਾਸੇ 1971 ਦੇ ਵਿੱਚ ਕਸ਼ਮੀਰ ਦੇ ਅੰਦਰ ਇੱਕ ਮੁਸਲਮਾਨ ਗਵਰਨਰ ਦੀ ਨਿਯੁਕਤੀ ਕੀਤੀ ਗਈ, ਕਿਉਂਕਿ ਕਸ਼ਮੀਰ ਉਸ ਵੇਲੇ ਹਿੰਦੂ ਅਧਿਐਨ ਕੇਂਦਰ ਦੇ ਨਾਤੇ, ਸਨਾਤਨੀ ਅਧਿਐਨ ਕੇਂਦਰ ਦੇ ਨਾਤੇ ਬਹੁਤ ਵੱਡਾ ਕੇਂਦਰ ਬਣ ਚੁੱਕਿਆ ਸੀ ਔਰ ਉੱਥੇ ਬਹੁਤ ਜ਼ਿਆਦਾ ਪੰਡਤਾਂ ਦਾ ਨਿਵਾਸ ਸੀ। ਔਰ ਉਹਨਾਂ ਨੇ ਕਿਹਾ ਕਿ ਜੇਕਰ ਇਹ ਪੰਡਤ ਜਿਹੜੇ ਨੇ ਇਹ ਇਸਲਾਮ ਕਬੂਲ ਕਰ ਲੈਣ ਤਾਂ ਬਾਕੀ ਸਮਾਜ ਨੂੰ ਇਸਲਾਮ ਕਬੂਲ ਕਰਾਉਣ ਦੇ ਵਿੱਚ ਕਿਸੇ ਤਰ੍ਹਾਂ ਦੀ ਬਹੁਤੀ ਦਿੱਕਤ ਨਹੀਂ ਆਵੇਗੀ। ਉਸ ਦਮਨ ਦੇ ਵਿੱਚ ਪੰਡਤਾਂ ਦੇ ਉੱਪਰ ਲਗਾਤਾਰ ਅਤਿਆਚਾਰ ਹੁੰਦੇ ਰਹੇ। ਉਹਨਾਂ ਦੇ ਸਿਰਾਂ ਦੇ ਮੁੱਲ ਲੱਗਦੇ ਰਹੇ। ਜਨਊ ਲਵਾ ਕੇ ਔਰੰਗਜ਼ੇਬ ਨੂੰ ਖੁਸ਼ ਕਰਨ ਦੇ ਲਈ ਪੰਡਾਂ ਦੀਆਂ ਪੰਡਾਂ ਭੇਜੀਆਂ ਜਾਂਦੀਆਂ ਰਹੀਆਂ। ਅਜਿਹੀ ਸਥਿਤੀ ਦੇ ਅੰਦਰ ਦੱਬੇ ਕੁਚਲੇ ਸਮਾਜ ਨੂੰ ਸੇਧ ਕੌਣ ਦੇਵੇ, ਕੌਣ ਉਹਨਾਂ ਦੀ ਰੱਖਿਆ ਕਰੇ, ਇਸ ਚਰਚਾ ਕਰਦੇ ਹੋਏ ਪੰਡਤਾਂ ਨੇ ਵਿਚਾਰਾਂ ਕੀਤੀਆਂ ਔਰ ਪੰਡਤ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਪੂਰੇ ਦੇਸ਼ ਭਰ ਤੋਂ 500 ਪੰਡਤਾਂ ਦਾ ਜਥਾ ਚੱਕ ਨਾਨਕੀ ਵਿਖੇ, ਜੋ ਅੱਜ ਸ਼੍ਰੀ ਅਨੰਦਪੁਰ ਸਾਹਿਬ ਹੈ, ਉੱਥੇ ਪਹੁੰਚਿਆ। ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਸ ਸਮੇਂ ਗੁਰੂ ਤੇਗ ਬਹਾਦਰ ਜੀ ਨੇ ਜੋ ਯਾਤਰਾਵਾਂ ਕੀਤੀਆਂ ਨੇ, ਉਸ ਨਾਲ ਸਮਾਜ ਦੇ ਵਿੱਚ ਇੱਕ ਵਿਸ਼ਵਾਸ ਜਾਗਿਆ ਹੈ ਔਰ ਜੇਕਰ ਕੋਈ ਉਹਨਾਂ ਦੀ ਰੱਖਿਆ ਕਰ ਸਕਦਾ ਹੈ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਹੀ ਕਰ ਸਕਦੇ ਹਨ। ਉਹਨਾਂ ਨੇ ਉੱਥੇ ਆ ਕੇ ਆਪਣੀ ਦੁਹਾਈ ਦਿੱਤੀ ਕਿ ਸਾਨੂੰ ਬਚਾਓ, ਸਾਡੇ ਧਰਮ ਨੂੰ ਬਚਾਓ, ਸਾਡੇ ਗ੍ਰੰਥਾਂ ਨੂੰ ਬਚਾਓ, ਸਾਡੀ ਪਹਿਚਾਨ ਨੂੰ ਬਚਾਓ। ਤਾਂ ਗੁਰੂ ਤੇਗ ਬਹਾਦਰ ਜੀ ਬਹੁਤ ਵਿਚਾਰ ਕਰਨ ਮਗਰੋਂ ਉਹਨਾਂ ਨੂੰ ਕਿਹਾ ਕਿ ਜਾਓ, ਤੁਸੀਂ ਔਰੰਗਜ਼ੇਬ ਨੂੰ ਸੁਨੇਹਾ ਲਾ ਦਿਓ ਕਿ ਜੇਕਰ ਗੁਰੂ ਤੇਗ ਬਹਾਦਰ ਇਸਲਾਮ ਕਬੂਲ ਕਰ ਲਵੇ ਤਾਂ ਅਸੀਂ ਵੀ ਇਸਲਾਮ ਕਬੂਲ ਕਰ ਲਵਾਂਗੇ। ਇਹ ਸੁਣ ਕੇ ਪੰਡਤ ਅਸ਼ਵਸਥ ਹੋ ਕੇ ਚਲੇ ਗਏ। ਗੁਰੂ ਤੇਗ ਬਹਾਦਰ ਜੀ ਦਾ ਇਹ ਵਚਨ ਸ਼੍ਰੀ ਗੁਰੂ ਗੋਬਿੰਦ ਰਾਏ ਜੀ ਉਹਨਾਂ ਦੀ ਪ੍ਰੇਰਣਾ ਸਦਕਾ ਹੀ ਆਇਆ ਸੀ। ਕਿਉਂਕਿ ਪਰਿਵਾਰ ਦੇ ਵਿੱਚ ਜਦੋਂ ਇੱਕ ਪਤਾ ਲੱਗੀ ਕਿ ਗੁਰੂ ਤੇਗ ਬਹਾਦਰ ਜੀ ਨੇ ਦੱਸਿਆ ਕਿ ਇਸ ਸਮੇਂ ਸਮਾਜ ਦੀ ਰਾਖੀ ਕਰਨ ਲਈ, ਹਿੰਦੂਆਂ ਨੂੰ ਬਚਾਉਣ ਦੇ ਲਈ, ਸੰਸਕ੍ਰਿਤੀ ਨੂੰ ਬਚਾਉਣ ਦੇ ਲਈ ਕਿਸੇ ਮਹਾਪੁਰਖ ਨੂੰ ਬਲੀਦਾਨ ਦੇਣ ਦੀ ਲੋੜ ਪੈਣੀ ਹੈ, ਤਾਂ ਗੋਬਿੰਦ ਰਾਏ ਜੀ ਨੇ ਕਿਹਾ ਸੀ ਕਿ ਪਿਤਾ ਜੀ, ਇਸ ਸਮੇਂ ਆਪ ਜੀ ਤੋਂ ਵੱਡਾ ਕੌਣ ਹੋ ਸਕਦਾ ਹੈ। ਇਹ ਸੁਣ ਕੇ ਗੁਰੂ ਤੇਗ ਬਹਾਦਰ ਜੀ ਨੇ ਮੁਸਕਰਾ ਕੇ ਉਹਨਾਂ ਨੂੰ ਥਾਪੀ ਦਿੱਤੀ ਸੀ। ਜਦੋਂ ਇਹ ਗੱਲ ਗੁਰੂ ਤੇਗ ਬਹਾਦਰ ਜੀ ਨੇ ਪੰਡਤਾਂ ਨੂੰ ਦੱਸੀ, ਪੰਡਤ ਚਲੇ ਗਏ। ਗੁਰੂ ਤੇਗ ਬਹਾਦਰ ਜੀ ਨੇ ਵੀ ਗੁਰੂ ਗੱਦੀ ਆਪਣੇ ਪੁੱਤਰ ਗੋਬਿੰਦ ਰਾਏ ਨੂੰ ਸੌਂਪ ਦਿੱਤੀ, ਜੋ ਕਿ ਉਸ ਵੇਲੇ 9 ਵਰ੍ਹਿਆਂ ਦੇ ਸਨ, ਅਤੇ ਆਪ ਉਹ ਦਿੱਲੀ ਦੇ ਵੱਲ ਨੂੰ ਚੱਲ ਪਏ। ਉਸ ਸਮੇਂ ਉਹਨਾਂ ਦੇ ਨਾਲ ਭਾਈ ਸਤੀਦਾਸ ਜੀ, ਭਾਈ ਮਤੀਦਾਸ ਜੀ ਔਰ ਭਾਈ ਦਿਆਲਾ ਜੀ ਉਹਨਾਂ ਦੇ ਨਾਲ ਸਨ। ਰਸਤੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ
इस्लाम कबूल करने लिए बड़े तसीहे दिते गए, बड़ा लालच दिता गया, पर गुरु जी ने शांत मन नाल उसनूं उपदेश करते रहे। औरंगजेब जो कोई वाह ना चली तो उसने एक हुक्म सुनाया कि भाई मती दास जी नूं आरे नाल चीरिया जावे और गुरु तेग बहादुर जी दी अखां दे सामने ही कीता जावे। भाई मती दास जी वाहिगुरु दा जाप करते हुए, परमात्मा नाल लिप लाउंदे हुए, गुरु तेग बहादुर जी के दर्शन करते हुए अपनी शहादत देने लई तैयार हो गए। उन्होंने शहादत दे दी, पर गुरु तेग बहादुर जी नूं औरंगजेब उन्होंने धर्म तो डिगा ना सकिया। फिर उसने हुक्म सुनाया कि भाई सतीदास जी नूं रूह दे विच लपेट के जिउंदे ही अग ला दी जाए। इस तरह ही भाई दयाला जी नूं पानी दे विच उबाल के शहीद किया गया। औरंगजेब लगातार परेशान हो रहा सी और अखीर उसने 11 नवंबर 1675 नूं आप जी नूं गुरु तेग बहादुर जी नूं शहीद करन दा फरमान सुना दिता। गुरु तेग बहादुर जी ने अपने अंतिम समय जपजी साहब का पाठ किया और जलाद नूं कहा कि जदों असीं परमात्मा का सिजदा करते हुए सिर झुकावांगे उस वेले सानू इस शरीर तो मुक्त कर दें। और उसी तरीके नाल ही जलाद ने उन्हां दे गर्दन ते तलवार नाल वार करके उन्हां नूं शहीद किया। गुरु तेग बहादुर जी की शहीदी तो बाद औरंगजेब चाहता सी कि उन्हां दा शरीर जो है वो रुलदा रहे ताजो समाज दे विच होर भै दा वातावरण बनाने की कोशिश कर सके। पर गुरु दे सिखां ने, सेवकां ने बहुत ही हिम्मत दिखाते हुए बड़ी दलेरी दे नाल एक सेवक भाई लखी शाह जी उन्होंने रूह के गड्ढे दे विच श्री गुरु तेग बहादुर जी के धड़ नूं लुको के अपने घर ले गया और अपने घर रात नूं पूरे समान दे समेत ही अग लगा के उन्हां दे धड़ दा अंतिम संस्कार उसने कर दिता। उन्हां दा गुरु तेग बहादुर जी का जो शीश सी उसनूं भाई जैता उसने अपने होर सेवकां दे नाल, साथियों दे नाल प्राप्त कर लिया और वो आनंदपुर साहब विखे पहुंचण दे लई लुकदे लुकाउंदे मुगल फौजां तो चल पिया। कहंदे ने कि रस्ते दे विच एक पिंड सी, पिंड दे लोकां नूं जदों पता लगा कि गुरु गोबिंद सिंह जी दे कोल भाई जैता जा रहे हैं, उन्होंने उसका बहुत साथ दिता। मुगल फौजां पिछा कर रही सन, पिंड नूं घेरा पाया उन्होंने, तां उत्थे भाई लखी शाह लुभाणा जिन्होंने धड़ का संस्कार किया सी, इस तरह ही उस पिंड दे विच भाई खुशाला जी सन। उन्होंने अपने पुत्रां नूं कहा क्योंकि भी मेरी जो उम्र है वो गुरु तेग बहादुर जी दे नाल मिलदी जुलदी है, तुसी मेरा सिर वढ़ के मुसलमानों नूं दे दिओ ताकि वो वापस चले जान और भाई जैता सही सलामत गुरु गोबिंद सिंह जी कोल पहुंच जाए। उन्होंने पुत्र ने इस तरह ही किया। मुगल फौजां ने खुशाला जी का शीश लैके वापस चलिया गईयां अते गुरु गोबिंद सिंह जी ने रंगरेटा गुरु का बेटा कह के भाई जैता नूं सन्मानित किया और अपने पिता का शीश का अंतिम संस्कार किया। दोस्तों, ये सारिया घटनावां पूरे हिंदू समाज दे विच इसने एक चिंगारी पैदा की, एक प्रतिशोध की भावना भी पैदा की और आत्म सम्मान नूं जगाण की गल की। उसका असर यह होया कि एक योद्धा की फौज
ਉਹ ਤਿਆਰ ਹੋਣੀ ਸ਼ੁਰੂ ਹੋਈ ਔਰ 1699 ਵਿੱਚ ਖਾਲਸਾ ਪੰਥ ਦੇ ਰੂਪ ਦੇ ਵਿੱਚ ਇਹ ਫੌਜ ਨੇ ਇਹ ਕੰਮ ਸ਼ੁਰੂ ਕੀਤਾ ਔਰ ਉਸਨੇ ਮੁਗਲਾਂ ਨੂੰ ਕਦੇ ਵੀ ਚੈਨ ਦੀ ਨੀਂਦ ਸੌਣ ਨਾ ਦਿੱਤਾ। ਗੁਰੂ ਤੇਗ ਬਹਾਦਰ ਜੀ ਦੇ ਇਸ ਬਲੀਦਾਨ ਸਦਕਾ ਹੀ ਅੱਜ ਹਿੰਦੁਸਤਾਨ ਦੀ ਜੋ ਆਵਾਮ ਹੈ ਉਹ ਆਪਣਾ ਧਰਮ ਕਰਮ ਕਰਦੇ ਹੋਏ ਆਪਣਾ ਜੀਵਨ ਨਿਰਵਾਹ ਕਰ ਰਹੀ ਹੈ। ਇਸ ਕਰਕੇ ਤੇਗ ਬਹਾਦਰ ਜੀ ਦੇ ਸਾਰੀ ਸੰਗਤ ਹਮੇਸ਼ਾ ਹੀ ਰਿਣੀ ਰਹੇਗੀ। ਉਹਨਾਂ ਦਾ ਜੋ ਜੀਵਨ ਹੈ ਉਹ ਇੱਕ ਵੈਰਾਗੀ, ਇੱਕ ਅਧਿਆਤਮ, ਇੱਕ ਬਹਾਦਰ ਸਿਪਾਹੀ, ਇਸ ਤਰ੍ਹਾਂ ਆਪਣਾ ਜੀਵਨ ਉਹਨਾਂ ਨੇ ਆਪਣੇ ਸਮਾਜ ਦੇ ਵਿੱਚ ਜੀ ਕੇ ਸੰਗਤ ਨੂੰ ਸੇਧ ਦਿੱਤੀ ਹੈ। ਉਹਨਾਂ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦੇ ਹੋਏ, ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਹੋਏ ਮੈਂ ਆਪਣੀ ਗੱਲ ਨੂੰ ਇੱਥੇ ਹੀ ਸਮਾਪਤ ਕਰਦਾ ਹਾਂ। ਆਪ ਸੰਗਤ ਰੱਬ ਰੂਪ ਹੁੰਦੇ ਹੋ। ਸ਼ਰੋਤਾਗਣ ਮੇਰੀ ਕਿਸੇ ਵੀ ਭੁੱਲ ਚੁੱਕ ਦਾ ਆਪ ਮੈਨੂੰ ਖਿਮਾ ਕਰੋਗੇ, ਇਹੀ ਉਮੀਦ ਕਰਦਾ ਹੋਇਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।